ਇਹ ਮਸਲਾ ਬੜਾ ਗੰਭੀਰ ਇਬਾਦਤ ਦਾ, ਟੋਟਿਆਂ ਉੱਪਰ ਅਟਕੀ ਆਦਤ ਦਾ। ਕੋਈ ਤੁਰਿਆ ਮੱਕੇ ਨੂੰ, ਕੋਈ ਮੰਦਰ ਨੂੰ, ਕੋਈ ਪੂਜੇ ਸੂਰਜ ਨੂੰ, ਕੋਈ ਚੰਦਰ ਨੂੰ, ਕੋਈ ਪੀਰ ਨੂੰ, ਕੋਈ ਅਵਤਾਰ ਨੂੰ, ਕੋਈ ਪੂਜੇ ਪਹੁੰਚੇ ਉੱਚ ਕਿਰਦਾਰ ਨੂੰ। ਪਰ ਸਾਗਰ ਬਾਜੋ ਨਿਰਮੂਲ ਹੈ ਹਸਤੀ, ਨਾਲੇ ਨਦੀਆਂ ਛੱਪੜ ਦੀ। ਮਨਸੂਰ ਅਵਲ ਇਬਾਦਤ ਮੂਲ ਦੀ, ਜੋ ਧੁਰ ਸਿਖਰ ਤੱਕ ਹੈ ਅੱਪੜਦੀ, ਜੋ ਧੁਰ ਸਿਖਰ ਤੱਕ ਹੈ ਅੱਪੜਦੀ। ਚੈਨਲ ਤੂੰ ਸੱਤ ਅਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਇਬਾਦਤ ਕਿਉਂ ਤੇ ਕਿਵੇਂ ਕਰਨੀ ਚਾਹੀਦੀ। ਤਕਰੀਬਨ ਹਰ ਇਨਸਾਨ ਸੰਸਾਰ ਵਿੱਚ ਵਿਚਰਦਿਆਂ ਆਪਣਾ ਤਾ ਜੀਵਨ ਜਿੱਥੇ ਸੰਸਾਰ ਦੇ ਕਾਰ ਵਿਹਾਰ ਕਰਨ ਵਿੱਚ ਗੁਜ਼ਾਰਦਾ ਏ, ਉੱਥੇ ਕਿਤੇ ਨਾ ਕਿਤੇ ਉਹਦੇ ਅੰਦਰ ਭਾਵੇਂ ਇੱਕ ਕਿਣਕੇ ਮਾਤਰ ਹੀ ਸਹੀ ਇੱਕ ਭਾਵ ਜ਼ਰੂਰ ਉੱਠਦਾ ਏ। ਆਪੋ ਆਪਣੇ ਢੰਗ ਤਰੀਕੇ ਨਾਲ ਕੁਝ ਵੇਖਾ ਵੇਖੀ ਚੱਲੀ ਆ ਰਹੀ ਕਿਸੇ ਪਰੰਪਰਾ ਤਹਿਤ ਜਾਂ ਸੁਣੀਆਂ ਸੁਣਾਈਆਂ ਕਥਾ ਕਹਾਣੀਆਂ ਦੇ ਰੂਪ ਵਿੱਚ ਕਿਸੇ ਕਰਮ ਕਾਂਡ ਨੂੰ ਆਧਾਰ ਬਣਾ ਕੇ, ਤੇ ਜਾਂ ਫਿਰ ਰੱਬੀ ਰਹਿਬਰਾਂ ਵੱਲੋਂ ਪਰਮਾਤਮਾ ਪ੍ਰਤੀ ਦੱਸੇ ਗਏ ਕਿਸੇ ਇਲਹਾਮ ਕਲਾਮ ਤੇ ਅਮਲ ਕਰਕੇ ਆਪੋ ਆਪਣੇ ਮਜ਼ਹਬ ਦੇ ਕਾਇਦੇ ਕਾਨੂੰਨਾਂ ਅਨੁਸਾਰ ਆਪਣੇ ਅੰਦਰੋਂ ਉੱਠੇ ਪਰਮਾਤਮਾ ਪ੍ਰਤੀ ਕੁਝ ਕਰਨ ਦੇ ਭਾਵ ਨੂੰ ਲੈ ਕੇ ਕਿਸੇ ਵੀ ਜ਼ਰੀਏ ਅਨੁਸਾਰ ਆਪਣੇ ਵੱਲੋਂ ਪਰਮਾਤਮਾ ਦੀ ਇਬਾਦਤ ਕਰਨ ਦੀ ਕੋਸ਼ਿਸ਼ ਕਰਦਿਆਂ ਕੋਈ ਨਾ ਕੋਈ ਹੀਲਾ ਵਸੀਲਾ ਕਰਨ ਦੀ। ਵੈਸੇ ਜੇ ਵੇਖਿਆ ਜਾਵੇ ਤਾਂ ਇਬਾਦਤ ਨੂੰ ਅਸੀਂ ਇੱਕ ਰਿਆਜ਼ ਕਹਿ ਸਕਦੇ ਹਾਂ, ਤੇ ਹਰ ਇਨਸਾਨ ਆਪਣੇ ਆਪਣੇ ਜੀਵਨ ਦੇ ਸਿਲਸਿਲੇ ਮੁਤਾਬਿਕ ਜੁੜੇ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਕੋਈ ਨਾ ਕੋਈ ਰਿਆਜ਼ ਤਾਂ ਕਰਦਾ ਹੀ ਰਹਿੰਦਾ ਹੈ, ਤੇ ਫਿਰ ਹਰ ਰਿਆਜ਼ ਜਾ ਕੇ ਇਬਾਦਤ ਨਾਲ ਜੁੜ ਜਾਂਦਾ ਹੈ। ਕਿਸੇ ਦੀ ਇਬਾਦਤ ਕਾਰੋਬਾਰ ਦੀ ਆ, ਕਿਸੇ ਦੀ ਇਬਾਦਤ ਧਨ ਦੌਲਤ ਦੀ, ਕਿਸੇ ਦੀ ਇਬਾਦਤ ਸ਼ੌਹਰਤ ਨਾਲ ਜੁੜੀ ਆ, ਤੇ ਕਿਸੇ ਦੀ ਇਬਾਦਤ ਕਿਸੇ ਦੁੱਖ ਤਕਲੀਫ ਕਿਸੇ ਪਰੇਸ਼ਾਨੀ ਨਾਲ ਵੀ ਜੁੜੀ ਹੋਈ ਹੈ। ਕਿਉਂਕਿ ਜਿੱਥੇ ਜਿੱਥੇ ਦਾ ਕਿਸੇ ਦਾ ਚਿੰਤਨ ਜੁੜਿਆ ਏ, ਉਹ ਚਿੰਤਨ ਹੀ ਉਹਦੀ ਇਬਾਦਤ ਬਣ ਜਾਂਦਾ ਆ। ਪਰ ਫਰਕ ਇਹ ਹੁੰਦਾ ਆ ਕਿ ਜਿੱਥੋਂ ਦਾ ਚਿੰਤਨ ਹੋਵੇ ਇਬਾਦਤ ਉਥੋਂ ਦੀ ਹੀ ਹੁੰਦੀ ਆ। ਪਰ ਜੇ ਗੱਲ ਕਰੀਏ ਇਬਾਦਤ ਲਫ਼ਜ਼ ਦੀ, ਤਾਂ ਸਾਡੇ ਜ਼ਿਹਨ ਅਨੁਸਾਰ ਇਬਾਦਤ ਲਫ਼ਜ਼ ਦਾ ਪੂਰਾ ਜੜਾਵ ਪਰਮਾਤਮ ਪੱਖ ਨਾਲ ਜਾਂ ਕਹਿ ਲਓ ਪਰਮਾਤਮਾ ਨਾਲ ਜੁੜਿਆ ਹੋਇਆ ਏ, ਤੇ ਪਰਮਾਰਥ ਪੰਧ ਦੇ ਪਾਂਧੀਆਂ ਨੇ ਪਰਮਾਤਮਾ ਦੀ ਇਬਾਦਤ ਨੂੰ ਸਾਡੇ ਮਨੁੱਖਾਂ ਦੇ ਆਧਾਰ ਲਈ ਬਹੁਤ ਹੀ ਜ਼ਰੂਰੀ ਦੱਸਿਆ ਹੈ। ਤੇ ਇੱਥੇ ਹਰ ਮਨੁੱਖ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਕਿਸੇ ਨਾ ਕਿਸੇ ਢੰਗ ਤਰੀਕੇ ਵਿਧੀ ਨਾਲ ਇਬਾਦਤ ਕਰਨ ਵਿੱਚ ਲੱਗਾ ਹੋਇਆ ਹੈ। ਹੁਣ ਜੇ ਗੌਰ ਨਾਲ ਇਨਸਾਨ ਦੇ ਜੀਵਨ ਵੱਲ ਝਾਤ ਪਾਈਏ ਤਾਂ ਇਨਸਾਨ ਆਪਣੇ ਜੀਵਨ ਵਿੱਚ ਆਪਣੇ ਜੀਵਨ ਦਾ ਇੱਕ ਪੱਖ ਸੰਸਾਰ ਨਾਲ ਜੋੜ ਕੇ ਰੱਖਦਾ ਹੈ, ਤੇ ਦੂਜੇ ਪੱਖ ਤੋਂ ਨਿਰੰਕਾਰ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਨਸਾਨ ਦੇ ਜੀਵਨ ਤੇ ਜ਼ਿਆਦਾ ਪ੍ਰਭਾਵ ਪੈਂਦਾ ਆ ਸੰਸਾਰੀ ਪੱਖ ਦਾ, ਕਿਉਂਕਿ ਅਸੀਂ ਇਨਸਾਨ ਸੰਸਾਰ ਨੂੰ ਪਹਿਲ ਦੇ ਆਧਾਰ ਤੇ ਚੁਣਦੇ ਹਾਂ, ਤੇ ਜਦੋਂ ਪਰਮਾਤਮਾ ਵੱਲ ਨੂੰ ਤੁਰਦੇ ਹਾਂ ਉਦੋਂ ਵੀ ਪਰਮਾਤਮਾ ਕਰਕੇ ਜਾਂ ਪਰਮਾਤਮਾ ਦੀ ਇਬਾਦਤ ਕਰਨ ਲਈ ਨਹੀਂ। ਸਾਡੀ ਇਬਾਦਤ ਵਿੱਚ ਫਿਰ ਸੰਸਾਰ ਹੀ ਰਹਿ ਜਾਂਦਾ ਆ। ਇਬਾਦਤ ਫਿਰ ਸੰਸਾਰ ਦੀ ਹੀ ਕਰਦੇ ਹਾਂ। ਘਰ ਪਰਿਵਾਰ ਵਿੱਚ ਸੁੱਖ ਸਾਂਦ ਰਹੇ, ਆਰਥਿਕ ਪੱਖ ਤੋਂ ਵਿਕਾਸ ਹੋਵੇ ਤੇ ਸਰੀਰਕ ਤੰਦਰੁਸਤੀ, ਇਹੋ ਹੀ ਸਾਡੀ ਇਬਾਦਤ ਦਾ ਹਿੱਸਾ ਹੁੰਦੇ ਨੇ। ਕਿਉਂਕਿ ਗੱਲ ਚਿੰਤਨ ਨਾਲ ਜੁੜੀ ਹੋਈ ਏ। ਜੇ ਚਿੰਤਨ ਸੰਸਾਰ ਦਾ ਆ ਤੇ ਫਿਰ ਇਬਾਦਤ ਰੱਬ ਦੀ ਕਿੱਦਾਂ ਹੋਈ? ਰੱਬ ਲਈ ਕੁਝ ਕਰਨਾ ਤਾਂ ਸਿਰਫ ਸਾਡੇ ਮਨ ਦੀ ਤਸੱਲੀ ਏ ਕਿ ਰੱਬ ਲਈ ਕੀਤਾ, ਮੰਗ ਤਾਂ ਅਸੀਂ ਸੰਸਾਰ ਦੀ ਮੰਗੀ, ਚਿੰਤਨ ਤੇ ਸੰਸਾਰ ਦਾ ਰੱਖਿਆ, ਤੇ ਇਬਾਦਤ ਰੱਬ ਦੀ ਕਿੱਦਾਂ ਹੋਈ? ਫਿਰ ਤੇ ਇਬਾਦਤ ਸੰਸਾਰ ਨਾਲ ਜੁੜੀ ਆ, ਕਿਉਂਕਿ ਬਿਨਾਂ ਚਿੰਤਨ ਇਬਾਦਤ ਹੋ ਹੀ ਨਹੀਂ ਸਕਦੀ। ਤੇ ਫਿਰ ਰੱਬ ਦੀ ਇਬਾਦਤ ਉਦੋਂ ਹੀ ਹੋਊਗੀ ਜਦੋਂ ਚਿੰਤਨ ਸੰਸਾਰ ਦੀ ਪਕੜ ਚੋਂ ਨਿਕਲ ਕੇ ਨਿਰੰਕਾਰ ਤੱਕ ਅੱਪੜ ਗਿਆ। ਇਸੇ ਲਈ ਇਬਾਦਤ ਕਰਨ ਤੋਂ ਪਹਿਲਾਂ ਇਬਾਦਤ ਰਿਆਜ਼ਣੀ ਪੈਂਦੀ ਏ, ਕਿਉਂਕਿ ਰਿਆਜ਼ ਹੀ ਚਿੰਤਨ ਦਾ ਜਨਮਦਾਤਾ ਏ। ਰਿਆਜ਼ ਚੋਂ ਹੀ ਤਾਂ ਚਿੰਤਨ ਦੀ ਉਤਪਤੀ ਹੁੰਦੀ ਏ। ਇਸ ਲਈ ਇਬਾਦਤ ਨੂੰ ਰੱਬ ਨਾਲ ਜੋੜਨ ਤੋਂ ਪਹਿਲਾਂ ਇਹ ਜ਼ਰੂਰ ਵਿਚਾਰ ਲਈਏ ਕਿ ਕੀ ਸਾਡੀ ਇਬਾਦਤ ਰੱਬ ਨਾਲ ਜੁੜੀ ਵੀ ਹੋਈ ਏ ਕਿ ਸਿਰਫ ਇੱਕ ਨਾਮ ਤਹਿਤ ਹੀ ਰੱਬ ਦੀ ਇਬਾਦਤ ਕਹਿ ਦਿੰਦੇ ਆ। ਕਿਉਂਕਿ ਰੱਬੀ ਰਹਿਬਰਾਂ ਨੇ ਸਾਡੇ ਲਈ ਜਿਸ ਇਬਾਦਤ ਨੂੰ ਜ਼ਰੂਰੀ ਦੱਸਿਆ, ਉਸ ਇਬਾਦਤ ਵਿੱਚ ਸਿਰਫ ਤੇ ਸਿਰਫ ਰੱਬ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ। ਉਸ ਵਿੱਚ ਸਿਰਫ ਪਰਮਾਤਮਾ ਲਈ ਪ੍ਰੇਮ ਤੇ ਪਰਮਾਤਮਾ ਲਈ ਧੁਰ ਅੰਦਰੋਂ ਉੱਠਿਆ ਅਹਿਸਾਸ ਹੋਣਾ ਜ਼ਰੂਰੀ ਹੈ। ਪਰਮਾਤਮਾ ਦੀ ਇਬਾਦਤ ਕਿਸੇ ਵੀ ਸੰਸਾਰੀ ਪੱਖ ਤੋਂ ਪਰਮਾਤਮਾ ਨਾਲ ਨਾ ਜੁੜੀ ਹੋਵੇ,
ਬਲਕਿ ਪਰਮਾਤਮਾ ਦੀ ਇਬਾਦਤ ਪਰਮਾਤਮਾ ਲਈ ਹੀ ਪਰਮਾਤਮਾ ਨਾਲ ਜੁੜੀ ਹੋਣੀ ਚਾਹੀਦੀ। ਤੇ ਹੁਣ ਇਹ ਵੀ ਵਿਚਾਰਨ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਪਹਿਲਾਂ ਖੁਦ ਪਰਮਾਤਮਾ ਦੀ ਇਬਾਦਤ ਕੀਤੀ, ਉਹਨਾਂ ਨੇ ਸਾਡੇ ਲਈ ਪਰਮਾਤਮਾ ਦੀ ਇਬਾਦਤ ਨੂੰ ਜ਼ਰੂਰੀ ਕਿਉਂ ਦੱਸਿਆ। ਕਬੀਰ ਸਾਹਿਬ ਦਾ ਫਰਮਾਨ ਆ, ਕਹੋ ਕਬੀਰ ਇਹੋ ਰਾਮ ਕੀ ਅੰਸ, ਇੱਕ ਆ ਪਰਮਾਤਮਾ ਤੇ ਇੱਕ ਆ ਉਹਦੀ ਅੰਸ ਆਤਮਾ। ਆਤਮਾ ਦੀ ਜੁਦਾਈ ਪਰਮਾਤਮਾ ਨਾਲੋਂ ਹੋਈ ਆ। ਹੁਣ ਜਿੱਥੋਂ ਜਿਹੜਾ ਜੁਦਾ ਹੋਇਆ ਆ ਉਹਦੀ ਸੰਪੂਰਨਤਾਈ ਉੱਥੇ ਹੀ ਜਾ ਕੇ ਹੋ ਸਕਦੀ ਆ। ਜਿੱਥੋਂ ਜਿਹੜੀ ਚੀਜ਼ ਟੁੱਟੀ ਆ ਉਹਦਾ ਪ੍ਰੋਪਰ ਜੋੜ ਉੱਥੇ ਹੀ ਜਾ ਕੇ ਗੰਢਿਆ ਜਾ ਸਕਦਾ ਆ। ਆਤਮਾ ਪਰਮਾਤਮਾ ਤੋਂ ਜੁਦਾ ਹੋਈ ਆ, ਇਸ ਲਈ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਦੀ ਹੀ ਇਬਾਦਤ ਕਰਨੀ ਜ਼ਰੂਰੀ ਆ। ਪਰਮਾਤਮਾ ਤੇ ਆਤਮਾ ਦੇ ਮਿਲਾਪ ਲਈ ਪਰਮਾਤਮਾ ਦੀ ਇਬਾਦਤ ਜ਼ਰੂਰੀ ਤਾਂ ਹੈ, ਪਰ ਪਰਮਾਤਮਾ ਲਈ ਪਰਮਾਤਮਾ ਦੀ ਇਬਾਦਤ ਕੀਤੀ ਕਿੱਦਾਂ ਜਾਵੇ, ਇਹ ਕੀਤੀ ਕਿੱਦਾਂ ਜਾ ਸਕਦੀ ਆ। ਹੁਣ ਇਸ ਗੱਲ ਨੂੰ ਵਿਚਾਰਨ ਦੇ ਲਈ ਪਹਿਲਾਂ ਇਹ ਜਾਣਨਾ ਜ਼ਰੂਰੀ ਆ ਕਿ ਜਿਸ ਦੀ ਇਬਾਦਤ ਕਰਨੀ ਆ ਉਹ ਕੌਣ ਆ, ਉਹ ਕਿੱਦਾਂ ਦਾ ਆ, ਉਹਦਾ ਪਤਾ ਟਿਕਾਣਾ ਕੀ ਆ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਆਤਮਾ ਦਾ ਪਰਮਾਤਮਾ ਨਾਲ ਰਿਸ਼ਤਾ ਆ ਬਾਪ ਵਾਲਾ, ਤੇ ਉਸ ਬਾਪ ਦੀ ਪਛਾਣ ਆ। 10ਵੇਂ ਪਾਤਸ਼ਾਹ ਫਰਮਾਨ ਕਰਦੇ, ਜੰਤਰ ਹੂ ਨਾ ਜਾਤ ਜਾਕੀ, ਬਾਪ ਹੂ ਨਾ ਮਾਏ ਤਾਕੀ। ਉਸ ਦਾ ਬਾਪ ਕੋਈ ਨਹੀਂ, ਉਹ ਤਾਂ ਆਪ ਸਭ ਦਾ ਮੁੱਢ ਮੂਲ ਆ। ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੇ ਗੁਣ ਤੇ ਪ੍ਰਭ ਭਿੰਨ। ਉਹ ਰੂਪ ਰੰਗ ਤੋਂ ਵੀ ਨਿਆਰਾ ਆ। ਤੇ ਪਰਮਾਤਮਾ ਦੀ ਇਬਾਦਤ ਪਰਮਾਤਮਾ ਲਈ ਉਦੋਂ ਹੀ ਹੋ ਸਕਦੀ ਆ ਜਦੋਂ ਅਸੀਂ ਰੂਪ ਰੇਖ ਤੋਂ ਨਿਆਰੀ ਹਸਤੀ ਦਾ ਧਿਆਨ ਕਰਾਂਗੇ। ਸਤਿਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ, ਘਟ ਘਟ ਅੰਤਰ ਤੂੰ ਹੈ ਉਠਾ। ਉਹ ਘਟ ਘਟ ਵਿੱਚ ਵਸਦਾ ਆ, ਤੇ ਜਿਹੜਾ ਘਟ ਘਟ ਵਿੱਚ ਵਸਦਾ ਆ ਫਿਰ ਉਹਨੂੰ ਖੋਜਣ ਲਈ ਘਟ ਵਿੱਚ ਭਾਵ ਕੇ ਸਰੀਰ ਵਿੱਚ ਹੀ ਤਾਂ ਉਤਰਨਾ ਪਊਗਾ। ਪਰ ਬਿਨਾਂ ਸਮਝ ਬਿਨਾਂ ਵਿਧੀ ਸਰੀਰ ਵਿੱਚ ਵੀ ਕਿੱਦਾਂ ਖੋਜਾਂਗੇ। ਇਸ ਲਈ ਪਹਿਲੇ ਉਹਦੇ ਜਾਣਕਾਰਾਂ ਤੋਂ ਕੋਈ ਵਿਧੀ ਕੋਈ ਢੰਗ ਵੀ ਪੁੱਛਣਾ ਜ਼ਰੂਰੀ ਆ, ਤਾਂ ਜੋ ਆਤਮਾ ਦਾ ਪਰਮਾਤਮਾ ਵੱਲ ਜਾਣ ਦਾ ਸਫ਼ਰ ਸੌਖਾ ਹੋ ਸਕੇ। ਵਿਧੀ ਨਾਲ ਸਰੀਰ ਦੇ ਅੰਦਰੋਂ ਆਤਮਕ ਸਤਾ ਤੋਂ ਪਰਮਾਤਮਾ ਨੂੰ ਖੋਜੀਏ ਤੇ ਸਰੀਰ ਦੇ ਬਾਹਰੀ ਤਲ ਤੋਂ ਗੁਣਾਂ ਦੀ ਇਬਾਦਤ ਕਰਕੇ ਆਪਣੇ ਕਰਮ ਨੂੰ ਸਾਫ਼ ਕਰੀਏ, ਤਾਂ ਜੋ ਆਤਮਕ ਸਤਾ ਤੋਂ ਕੀਤੀ ਗਈ ਇਬਾਦਤ ਫਲਦੀ ਤੇ ਫੁੱਲਦੀ ਰਵੇ। ਸਰੀਰ ਦੀ ਬਾਹਰੀ ਸਤਾ ਤੋਂ ਕਰਮ ਸਾਫ਼ ਹੋ ਜੇ ਤਾਂ ਜੋ ਕਰਮ ਦਾ ਲੇਖਾ ਜੋਖਾ ਸਾਫ਼ ਹੋ ਜੇ, ਤੇ ਆਤਮਕ ਸਤਾ ਤੋਂ ਇਬਾਦਤ ਸਿੱਧੀ ਮੂਲ ਪੁਰਖ ਸਤਪੁਰਖ ਸਤਿ ਸ੍ਰੀ ਅਕਾਲ ਪੁਰਖ ਪਰਮ ਪੁਰਖ ਪਰਮ ਪਿਤਾ ਪਰਮਾਤਮਾ ਦੀ ਹੋਵੇ, ਤੇ ਫਿਰ ਜਾ ਕੇ ਇਬਾਦਤ ਸਫਲੀ ਹੋ ਸਕਦੀ ਆ। ਤੇ ਫਿਰ ਹੀ ਇਸ ਭਵਜਲ ਚੱਕਰ ਵਿਊ ਚੋਂ ਇਹ ਆਤਮ ਸਰੂਪ ਨਿਕਲ ਕੇ ਪਰਮਾਤਮ ਸਰੂਪ ਨਾਲ ਇੱਕਮਿਕ ਹੋ ਸਕਦਾ ਏ। ਸਤਿ ਸ੍ਰੀ ਅਕਾਲ ਜੀ।